पावन पवित्र कल्याणकारी सतगुरां दा इतिहास। गुरु जस सरवण कर लाहा प्राप्त करना करिए जी। सो कल दे दीवाना अंदर आप गुरसिख संगतां प्रसंग सरवण कीता कि धन कलगीधर पातशाह सतगुरु श्री गुरु गोबिंद सिंह साहिब महाराज साहिब जी जो श्री आनंदपुर साहिब नगरी वास कर रहे हैं, सतगुरां दा चबर वरदार गुरसिख भाई कीरतिया, जिस भाई कीरतिए दा पिता एक गुरसिख दे श्राप कारण रिछली जून विच पिया होया सी। जिस वेले एक कलंदर उसे ही रिछ नूं लैके सतगुरां दे सन्मुख आया, सतगुरां भाई कीरतिए नूं दसिया कि ये तेरा पिता है। भाई कीरतिया हथ बंद कहन लगा, सतगुरु जी किरपा करो, जे भुल होई है, अवगण होया, पाप होया ते तुसी ते पतत पावन होना, पापियां नूं पवित्र कर देण वाले हो, ते मेरे पिता दे सारे गुनाह मुआफ करके मेरे पिता नूं कल्याण दी दात बख्शो। सतगुरु जी भाई कीरतिए दी बेनती नूं सुन के कि त्रुठे हन कि वो जिहड़ा रिछ सी कलंदर दे कोलों सतगुरां मुल लै लिया। अगले दिन अमृत वेले कड़ा प्रशादी देग तैयार हुई, गुरां नूं भोग लगा ते शीत प्रशाद सतगुरां ने कह के रिछ नूं खवाया। खांदियां सार उसदी मृत्यु हो गई ते गुरु कृपा दे नाल कल्याण नूं प्राप्त होया, मोक्ष पद नूं प्राप्त होया। सो ये प्रसंग पिछले दीवाना अंदर आपां सरवण कर चुके हाँ। इस तो अगों पावन कथा की आरंभता हो रही है। कल्याणकारी सतगुरां दा इतिहास। गुरु जस सरवण कर लाहा प्राप्त करना करिए जी। सतनाम श्री वाहिगुरु साहिब जीओ। दोहरा इस प्रकार श्री सतगुरु। सो साध संगत श्रोते गणों, इस तरह सतगुरु धन कलगीधर पातशाह गोविंद सिंह सुजान। श्री गुरु गोबिंद सिंह साहिब जी जो सुजान हन, अंतरजामी हन। बाल जुद वध है शरीर बाड। सतगुरां दा शरीर जिमें जिमें वध रहा है, तिवें तिवें शरीर विच बल की भी वृद्धि हो रही है। सतगुरु जी हाले किशोरावस्था विच ही है ना, ते जिमें जिमें शरीर युवावस्था वाल नूं जा रहा है, तिवें तिवें शरीर विच बल भी वध रहा है। कर है नरन कल्याण। शरण आउण वालियां सिख संगतां दी सतगुरु जी कल्याण करदे है, इस तरह मुक्ति करदे है। क्यों पई आयुध विद्या कहो अभ्यास है। फिर सतगुरु जी शस्त्र विद्या का बहुत अभ्यास करते हैं। अपर सकल ही घेर है पस है। अपर नाम होर जिन्ने भी नाल दे अभ्यासीए हैं शस्त्रां का अभ्यास करते, उन्हां नूं
ਕੁਸ਼ਤੀ ਵਿੱਚ ਜਾਂ ਪੱਟੇਬਾਜ਼ੀ ਦੀ ਵਿਦਿਆ ਵਿੱਚ ਉਹਨਾਂ ਨੂੰ ਪਾਸੇ ਗੇਰ ਦਿੰਦੇ ਆ, ਪਾਸੇ ਸੁੱਟ ਦਿੰਦੇ ਆ, ਅਥਵਾ ਗੇਰਹਿ ਪਾਸੇ ਅਪਰ ਨਾਮ ਹੋਰ ਜਿੰਨੇ ਵੀ ਕਾਰ ਵਿਹਾਰ ਹਨ ਉਹਨਾਂ ਸਾਰਿਆਂ ਨੂੰ ਪਾਸੇ ਸਿੱਟ ਕੇ, ਭਾਵ ਪਾਸੇ ਰੱਖ ਕੇ, ਤੇ ਇੱਕੋ ਹੀ ਕਾਰਜ ਪ੍ਰਮੁੱਖ ਰੱਖਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਕਿ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਤੇ ਸਿੱਖਾਂ ਪਾਸੋਂ ਕਰਵਾਉਣਾ। ਵਹਿਰ ਜਾਏ ਤਰਵਾਏ ਨਿਸ਼ਾਨਾ। ਸਤਿਗੁਰੂ ਜੀ ਮਹਿਲਾਂ ਤੋਂ ਬਾਹਰ ਜਾਂਦੇ ਆ ਤੇ ਕੋਈ ਨਿਯੁਕਤ ਅਸਥਾਨ ਤੇ ਇੱਕ ਲਖਸ਼ ਬੰਨ੍ਹ ਲੈਂਦੇ ਆ, ਇੱਕ ਨਿਸ਼ਾਨਾ ਜਿਹੜਾ ਹੈ ਉਹ ਬੰਨ੍ਹ ਲੈਂਦੇ ਆ। ਕਰਹਿ ਚਲਾਵਨ ਧਨ ਤੇ ਬਾਨਾ। ਫਿਰ ਦੂਰ ਖਲੋ ਕੇ ਧਨਖ ਦੇ ਵਿੱਚ ਤੀਰ ਜੋੜ ਕੇ ਤੇ ਸਤਿਗੁਰੂ ਜੀ ਨਿਸ਼ਾਨੇ ਦੇ ਵੱਲ ਇਉਂ ਤੱਕਦਿਆਂ ਹੋਇਆਂ ਸ਼ਿਸ਼ਤ ਸਾਧ ਕੇ, ਨਿਸ਼ਾਨਾ ਸਾਧ ਕੇ ਤੀਰ ਚਲਾਉਂਦੇ ਆ। ਫਿਰ ਬੀਰ ਆਸਨ ਹੋਏ ਚਲਾਵਹਿ। ਫਿਰ ਬੀਰ ਆਸਨ ਵਿੱਚ ਹੋ ਕੇ, ਜੈਸੇ ਬੀਰ ਆਸਨ, ਪਦਮਾਸਨ, ਸਿੱਧਾਸਨ, ਇਉਂ ਬੇਅੰਤ ਆਸਨ ਹੁੰਦੇ ਹਨ। ਸਿੱਧਾਂ ਦੇ 84 ਆਸਨ ਮੰਨੇ ਹਨ, ਬੇਅੰਤ ਆਸਨ ਹੁੰਦੇ ਆ। ਸੋ ਸਤਿਗੁਰੂ ਜੀ ਬੀਰ ਆਸਨ ਲਾਉਂਦੇ ਆ, ਜਿਹੜਾ ਇਹ ਖੱਬਾ ਗੋਡਾ ਹੈ ਉਹ ਮੁੱਧਾ ਮਾਰ ਕੇ ਤੇ ਸੱਜਾ ਗੋਡਾ ਜਿਹੜਾ ਹੈ ਉਹ ਉੱਪਰ ਰੱਖ ਕੇ, ਤੇ ਇਸ ਤਰ੍ਹਾਂ ਫਿਰ ਖੱਬੇ ਹੱਥ ਦੇ ਵਿੱਚ ਧਨਖ ਲੈ ਕੇ ਸੱਜੇ ਹੱਥ ਦੇ ਨਾਲ ਧਨਖ ਦੀ ਪ੍ਰਤਿਅੰਚਾ ਨੂੰ ਖਿੱਚ ਕੇ ਤੀਰ ਚਲਾਉਂਦੇ ਆ। ਇਉਂ ਵੀਰ ਆਸਨ ਲਾ ਕੇ ਪਾਤਸ਼ਾਹ ਤੀਰ ਚਲਾਉਂਦੇ ਆ। ਕਬ ਠਾਂਡੇ ਹੱਥ ਲਾਸ਼ਾ ਗਿਰਾਵਹਿ। ਕਦੇ ਖਲੋ ਕੇ ਨਿਸ਼ਾਨਾ ਸਾਧਦੇ ਆ ਤੇ ਜਿਹੜਾ ਨਿਸ਼ਾਨਾ ਬੰਨਿਆ ਹੋਇਆ ਹੁੰਦਾ ਜਦੋਂ ਤੀਰ ਜਾ ਕੇ ਵੱਜਦਾ ਤੇ ਉਹ ਨਿਸ਼ਾਨੇ ਨੂੰ ਸੁੱਟ ਦਿੰਦੇ ਆ। ਕਬਹੁ ਕੁਵਾਦਾ ਐਂਚਨ ਕਰਹਿ। ਕਦੇ ਫਿਰ ਸਤਿਗੁਰੂ ਜੀ ਜਿਹੜੀ ਕੁਵਾਦਾ ਹੈ, ਕੁਵਾਦਾ ਹੁੰਦੀਆਂ ਜਿਹੜੀਆਂ ਨਰਮ ਧਨਖਾਂ ਹੁੰਦੀਆਂ, ਇੱਕ ਕਠੋਰ ਧਨਖ ਹੁੰਦੇ ਆ ਜਿਹੜੇ ਰਣ ਭੂਮੀ ਵਿੱਚ ਚੱਲਦੇ ਆ, ਇੱਕ ਅਭਿਆਸ ਵਾਲੇ ਧਨਖ ਹੁੰਦੇ ਆ, ਕਮਾਨਾਂ ਹੁੰਦੀਆਂ ਜਿਹੜੀਆਂ ਨਰਮ ਹੁੰਦੀਆਂ, ਉਹਨਾਂ ਨੂੰ ਕੁਵਾਦਾ ਕਿਹਾ ਜਾਂਦਾ। ਸੋ ਕੁਵਾਦਾ ਪਕੜ ਕੇ, ਨਰਮ ਧਨਖ ਪਕੜ ਕੇ ਉਹਦੇ ਨਾਲ ਅਭਿਆਸ ਕਰਦੇ ਐ। ਜਿਮ ਭੁਜ ਦੰਡ ਅਦਕ ਬਲ ਧਰਹਿ। ਜਿਸ ਤਰ੍ਹਾਂ ਭੁਜ ਦੰਡ ਜਿਹੜੀਆਂ ਬਾਹਾਂ ਹਨ ਇਹ ਅਤਿਸ਼ੇ ਕਰਕੇ ਵੱਡਾ ਬਲ ਧਾਰਨ ਕਰ ਲੈਣ। ਸੁਨਹਿ ਪਿਤਾਮੇ ਕੀ ਵਡਿਆਈ। ਜਿਸ ਵੇਲੇ ਆਪਣੀਆਂ ਮਾਤਾਵਾਂ ਦੇ ਪਾਸੋਂ ਅਥਵਾ ਮਾਮਾ ਕਿਰਪਾਲ ਚੰਦ ਜੀ ਪਾਸੋਂ ਅਥਵਾ ਹੋਰ ਜਿਹੜੇ ਪੁਰਾਣੇ ਗੁਰਸਿੱਖ ਹਨ ਉਹਨਾਂ ਦੇ ਪਾਸੋਂ ਆਪਣੇ ਦਾਦਾ ਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਜਦੋਂ ਸੁਣਦੇ ਆ, ਪਰੇ ਜੰਗ ਬੜ ਭੱਟ ਸਮੁਦਾਈ। ਕਿ ਬੜੇ ਵੱਡੇ ਭੱਟ ਸਨ, ਸੂਰਮੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਜਦੋਂ ਰਣ ਭੂਮੀ ਵਿੱਚ ਉਤਰਦੇ ਸਨ ਤੇ ਸਮੂਹ ਸ਼ਤਰੂ ਜਿਹੜੇ ਉਹ ਸਹਿਮ ਜਾਂਦੇ ਸਨ, ਭੈ ਭੀਤ ਹੋ ਜਾਂਦੇ ਸਨ। ਦੀਹ ਕਠੋਰ ਸਰਾਸਨ ਧਾਰਹਿ। ਫਿਰ ਬੜਾ ਦੀਹ ਪੱਕਾ ਤੇ ਕਠੋਰ ਧਨਖ ਆਪਣੇ ਹੱਥ ਵਿੱਚ ਧਾਰਨ ਕਰਕੇ ਰੱਖਦੇ ਸਨ। ਨਟੰਕਾ ਧਨਖ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਰਣ ਭੂਮੀ ਦੇ ਵਿੱਚ ਚਲਾਉਂਦੇ ਰਹੇ ਹੈ। ਇਸ ਤਰ੍ਹਾਂ ਮਾਤਾਵਾਂ ਪਾਸੋਂ ਦਾਦੀ ਮਾਤਾ, ਮਾਤਾ ਨਾਨਕੀ ਜੀ ਦੇ ਕੋਲੋਂ, ਇਸੇ ਪ੍ਰਕਾਰ ਮਾਤਾ ਗੁਜਰੀ ਜੀ ਦੇ ਕੋਲੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਸੁਣਦੇ ਹੈ। ਛਤਰ ਅਨੇਕਨ ਤੇ ਕਰ ਪਾਰਹਿ। ਕਿ ਜਦੋਂ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਤੀਰ ਚਲਾਉਂਦੇ ਸਨ ਰਣ ਭੂਮੀ ਵਿੱਚ
ਤੇ ਸਤਿਗੁਰਾਂ ਦਾ ਚੱਲਿਆ ਹੋਇਆ ਇੱਕ ਹੀ ਤੀਰ ਅਨੇਕ ਸ਼ਤਰੂਆਂ ਦੇ ਵਿੱਚੋਂ ਦੀ ਲੰਘ ਕੇ ਪਾਰ ਹੋ ਜਾਂਦਾ ਸੀ। ਅਨੇਕ ਸ਼ਤਰੂਆਂ ਨੂੰ ਪਰੋ ਦਿੰਦਾ ਸੀ ਤੀਰ। ਕੰਕ ਪੰਖ ਲਗ ਮੋਟੇ ਕਾਨਾ। ਫਿਰ ਸਤਿਗੁਰੂ ਜੀ ਜਿਹੜੇ ਤੀਰ ਚਲਾਉਂਦੇ ਸਨ, ਮੀਰੀ ਪੀਰੀ ਦੇ ਮਾਲਕ, ਉਹ ਤੀਰਾਂ ਦੇ ਕਾਨੇ ਵੀ ਮੋਟੇ ਹੁੰਦੇ ਸੀ ਤੇ ਉਹਨਾਂ ਕਾਨਿਆਂ ਨੂੰ ਲੱਗੇ ਹੋਏ ਜਿਹੜੇ ਖੰਭ ਹੁੰਦੇ ਸੀ ਉਹ ਵੀ ਕੰਕ, ਚਿੱਟੀਆਂ ਚੀਲਾਂ ਦੇ ਖੰਭ ਲੱਗੇ ਹੋਏ ਹੁੰਦੇ ਸੀ। ਤੇ ਫਿਰ ਉਹਨਾਂ ਤੀਰਾਂ ਦੇ ਜਿਹੜੇ ਅੱਗੋਂ ਮੁਖੀਆਂ ਸਨ ਉਹ ਫੁਲਾਦੀ ਲੋਹੇ ਦੀਆਂ ਮੁਖੀਆਂ ਲੱਗੀਆਂ ਹੁੰਦੀਆਂ ਸਨ। ਖਪਰੇ ਮੁਖੀ ਵੱਡੇ ਕਰਬਾਨਾ। ਫਿਰ ਖਪਰੇ ਤੀਰ ਚਲਾਉਂਦੇ ਸਨ ਮੀਰੀ ਪੀਰੀ ਦੇ ਮਾਲਕ। ਖਪਰੇ ਤੀਰ ਹੁੰਦੇ ਚੌੜੇ ਤੀਰ, ਕਿਉਂਕਿ ਤੀਰਾਂ ਦੀਆਂ ਵੀ ਭਿੰਨ ਭਿੰਨ ਜਾਤੀਆਂ, ਸ਼ਸਤਰਾਂ ਦੀਆਂ ਵੱਖ-ਵੱਖ ਜਾਤੀਆਂ ਹੁੰਦੀਆਂ ਹਨਗੀਆਂ। ਇਸੇ ਤਰ੍ਹਾਂ ਤੀਰਾਂ ਵਿੱਚ ਵੀ ਭਿੰਨ ਭਿੰਨ ਜਾਤੀਆਂ ਹੁੰਦੀਆਂ। ਕੋਈ ਅਰਧ ਚੰਦਰਾਕਾਰ ਤੀਰ ਹੁੰਦਾ, ਕੋਈ ਸੂਲਾਕਾਰ ਤੀਰ ਹੁੰਦਾ, ਕੋਈ ਇਸੇ ਪ੍ਰਕਾਰ ਦੋ ਬਾਂਗਰ ਰੂਪ ਦੇ ਵਿੱਚ ਤੀਰ ਹੁੰਦਾ। ਵੱਖ-ਵੱਖ ਤਰ੍ਹਾਂ ਦੇ ਤੀਰ ਹੁੰਦੇ ਆ। ਇੱਕ ਖਬਰਾ ਤੀਰ ਹੁੰਦਾ ਜਿਹਦੀ ਮੁਖੀ ਚੌੜੀ ਹੁੰਦੀ ਹੈ। ਸੋ ਕਲਗੀਆਂ ਵਾਲੇ ਪਾਤਸ਼ਾਹ ਜਦ ਸੁਣਦੇ ਆ ਕਿ ਦਾਦਾ ਗੁਰੂਦੇਵ ਖਬਰੇ ਤੀਰ ਰਣ ਭੂਮੀ ਵਿੱਚ ਚਲਾਉਂਦੇ ਸਨ। ਜਿਨ ਕੇ ਆਗੇ ਅਰਿਓ ਨਾ ਕੋਈ। ਜਿਨ੍ਹਾਂ ਸਤਿਗੁਰਾਂ ਦੇ ਅੱਗੋਂ ਕੋਈ ਸ਼ਤਰੂ ਅੜ ਨਹੀਂ ਸਕਿਆ, ਕੋਈ ਸ਼ਤਰੂ ਠਹਿਰ ਨਹੀਂ ਸਕਿਆ। ਕਈ ਵਾਰ ਵੱਡ ਸੰਗਰ ਹੋਈ। ਕਈ ਵਾਰ ਵੱਡਾ ਸੰਗਰ ਹੋਇਆ, ਵੱਡਾ ਜੰਗ ਹੋਇਆ। ਫਿਰ ਜੰਗ ਵੀ ਕੋਈ ਨਿੱਕੀ ਮੋਟੀ ਰਿਆਸਤ ਦੇ ਨਾਲ ਨਹੀਂ, ਮੌਕੇ ਦੀ ਹਕੂਮਤ ਸਲਤਨਤ ਮੁਗਲੀਆਂ ਦੇ ਨਾਲ, ਜੋ ਉਸ ਸਮੇਂ ਆਪਣੇ ਆਪ ਨੂੰ ਸ਼ਹਿਨਸ਼ਾਹੇ ਹਿੰਦ ਖਵਾਉਣ ਵਾਲਾ ਸ਼ਾਹਜਹਾਂ ਸੀ। ਸ਼ਾਹਜਹਾਂ ਦੀ ਫੌਜ ਦੇ ਨਾਲ ਦਿੱਲੀ ਸਲਤਨਤ ਮੁਗਲੀਆ ਦੀ ਫੌਜ ਦੇ ਨਾਲ ਟੱਕਰ ਹੁੰਦੀ ਰਹੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ। ਤੇ ਫਿਰ ਜੰਗ ਵੀ ਕੋਈ ਇੱਕ ਨਹੀਂ ਹੋਇਆ, ਵੱਡੀਆਂ 4 ਜੰਗਾਂ ਹੋਈਆਂ। ਪਹਿਲੀ ਜੰਗ ਲੋਹਗੜ੍ਹ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ। ਇਸੇ ਪ੍ਰਕਾਰ ਦੂਜੀ ਜੰਗ ਜਿਹੜੀ ਹੈ ਉਹ ਸ੍ਰੀ ਹਰਗੋਬਿੰਦਪੁਰੇ ਦੀ। ਤੇ ਤੀਜੀ ਜੰਗ ਜਿਹੜੀ ਲਲਾ ਬੇਗ ਦੇ ਨਾਲ ਹੋਈ ਉਹ ਸਤਿਗੁਰਾਂ ਦੇ ਮਹਾਰਾਜ ਦੇ ਵਿੱਚ ਹੋਈ। ਤੇ ਚੌਥੀ ਜੰਗ ਕਰਤਾਰਪੁਰ ਸਾਹਿਬ ਨਗਰੀ ਹੋਈ। ਤੇ ਜੰਗ ਦੇ ਵਿੱਚ ਜਿਹੜੇ ਸ਼ਤਰੂ ਆਏ ਸਨ ਉਹ ਵੀ ਆਪਣੇ ਆਪ ਦੇ ਵਿੱਚ ਨਾਮਵਰ ਸੂਰਮੇ ਅਖਵਾਉਂਦੇ ਸਨ। ਪਹਿਲੀ ਜੰਗ ਦੇ ਵਿੱਚ ਮੁਗਲ ਸਿੱਖਾਂ ਪਠਾਨ ਆਪਣੇ ਨਾਲ 7,500 ਮੁਗਲੀਆ ਸਿਪਾਹੀ ਲੈ ਕੇ ਆਇਆ, ਪਰ ਮੀਰੀ ਪੀਰੀ ਦੇ ਪਾਤਸ਼ਾਹ ਸਤਿਗੁਰਾਂ ਦੇ ਅੱਗੋਂ ਇੱਕ ਪਹਿਰ ਵੀ ਠਹਿਰ ਨਹੀਂ ਪਾਇਆ। ਸਤਿਗੁਰਾਂ ਨੇ ਛੱਕੇ ਛਡਾ ਦਿੱਤੇ ਮੁਗਲੀਆ ਫੌਜ ਦੇ। ਇਹ ਜਲੰਧਰ ਦਾ ਸੂਬਾ ਕੁਤਬ ਖਾਂ ਸਤਿਗੁਰਾਂ ਦੇ ਉੱਤੇ 15,000 ਫੌਜ ਲੈ ਕੇ ਚੜ੍ਹਾਈ ਕਰਕੇ ਗਿਆ। ਆਪਣੇ ਪੁੱਤਰਾਂ ਸੰਯੁਗਤ ਉਹ ਵੀ ਰਣ ਭੂਮੀ ਵਿੱਚ ਠਹਿਰ ਨਹੀਂ ਪਾਇਆ, ਗੁਰਾਂ ਦੇ ਤੀਰਾਂ ਦੀ ਭੇਟ ਚੜ੍ਹ ਗਿਆ ਤੇ ਸੰਸਾਰ ਤੋਂ ਉਸ ਨੂੰ ਜਮਾਂ ਦੇ ਧਾਮ ਜਾਣਾ ਪਿਆ। ਭਾਵ ਕਿ ਇਹ ਸੰਸਾਰ ਨੂੰ ਛੱਡਣਾ ਪਿਆ। ਜੇ ਇਸੇ ਪ੍ਰਕਾਰ ਫਿਰ ਕਾਬਲ ਦਾ ਸੂਬਾ ਲਲਾ ਬੇਗ ਆਪਣੇ ਨਾਲ 30,000 ਮੁਗਲੀਆ ਫੌਜ ਲੈ ਕੇ ਤੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਸਤਿਗੁਰਾਂ ਦੇ ਉੱਪਰ ਚੜ੍ਹਾਈ ਕਰਕੇ ਗਿਆ ਮਹਾਰਾਜ ਵਿੱਚ। ਤੇ ਉਹ ਵੀ ਸਤਿਗੁਰਾਂ ਦੇ ਅੱਗੋਂ 3 ਪਹਿਰ ਵੀ ਠਹਿਰ ਨਹੀਂ ਪਾਇਆ ਤੇ ਰਣ ਭੂਮੀ ਵਿੱਚ ਧਰਾਸ਼ਾਹੀ ਕਰ ਦਿੱਤਾ ਸਤਿਗੁਰਾਂ ਨੇ। ਤੇ ਫਿਰ ਕਾਬਲ ਤੋਂ ਕਾਲੇ ਖਾਂ
ਆਪਣੇ ਨਾਲ 75,000 ਫੌਜ ਲੈ ਕੇ ਚੜ੍ਹਿਆ ਤੇ ਨਾਲ ਇੱਧਰ ਉੱਧਰੋਂ ਇਕੱਤਰਤ ਹੋਈ ਫੌਜ 1 ਲੱਖ ਤੋਂ ਅਧਿਕ ਮੁਗਲਿਆ ਫੌਜ ਕਰਤਾਰਪੁਰ ਸਾਹਿਬ ਨਗਰੀ ਗੁਰਾਂ ਉੱਪਰ ਚੜ੍ਹਾਈ ਕਰਕੇ ਆਈ, ਜਿਸ ਵਿੱਚ ਸਤਿਗੁਰਾਂ ਦਾ ਹਾਥੀ ਪਾਲਿਆ ਹੋਇਆ ਪੈਂਦੇ ਖਾਂ ਵੀ ਕਾਲੇ ਖਾਂ ਦੇ ਨਾਲ ਆਇਆ। ਪਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਅੱਗੋਂ 4 ਪਹਿਰ ਵੀ ਫੌਜ ਠਹਿਰ ਨਹੀਂ ਪਾਈ। ਸਤਿਗੁਰਾਂ 4 ਜੰਗ ਕੀਤੇ ਤੇ 4 ਜੰਗ ਸਤਿਗੁਰਾਂ ਨੇ ਝਟਪਟ ਹੀ ਮੁਕਾ ਦਿੱਤੇ, ਕਿਉਂਕਿ ਜੰਗਾਂ ਜਿਹੜੀਆਂ ਬੜੀਆਂ ਲੰਮੀਆਂ ਲੰਮੀਆਂ ਚੱਲਦੀਆਂ। ਮਹਾਭਾਰਤ ਦਾ ਜੰਗ ਜਿਹੜਾ ਉਹ ਵੀ ਕਰੀਬ 18 ਦਿਨ 19 ਦਿਨ ਲੰਮਾ ਚੱਲਿਆ ਸੀ। ਜੰਗਾਂ ਬਹੁਤ ਲੰਮੀਆਂ ਚੱਲਦੀਆਂ ਹਨ। ਪਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ 4 ਜੰਗਾਂ ਕੀਤੀਆਂ, ਬਸ ਝਟਪਟ ਹੀ ਜੰਗਾਂ ਮੁਕਾਈਆਂ। ਕੋਈ ਪੈਰ, ਕੋਈ 2 ਪੈਰ, ਕੋਈ 3, ਕੋਈ 4 ਪੈਰਾਂ ਦੇ ਵਿੱਚ ਹੀ ਸਮਾਪਤੀ ਕਰ ਦਿੱਤੀ। ਕਰਤਾਰਪੁਰ ਸਾਹਿਬ 1 ਲੱਖ ਤੋਂ ਅਧਿਕ ਮੁਗਲਿਆ ਫੌਜ ਚੜ੍ਹ ਕੇ ਆਈ ਸੀ। ਸਤਿਗੁਰਾਂ 4 ਪੈਰਾਂ ਦੇ ਅੰਦਰ ਸਾਰੀ ਫੌਜ ਧਰਾਸ਼ਾਹੀ ਕਰ ਦਿੱਤੀ ਹੈ। ਸੋ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣੇ ਦਾਦਾ ਗੁਰੂ ਦੇ ਐਸੇ ਸੂਰਬੀਰ ਬਹਾਦਰੀ ਦੇ ਕਿੱਸੇ ਜਿਸ ਵੇਲੇ ਦਾਦੀ ਮਾਤਾ ਜਾਂ ਇਸੇ ਪ੍ਰਕਾਰ ਹੋਰ ਸਿਆਣੇ ਬਜ਼ੁਰਗ ਗੁਰਸਿੱਖਾਂ ਪਾਸੋਂ ਸੁਣਦੇ ਹਨ ਤੇ ਉਹਨਾਂ ਹੀ ਪਦ ਚਿੰਨ੍ਹਾਂ ਦੇ ਉੱਪਰ ਚੱਲਣ ਵਾਸਤੇ ਸਤਿਗੁਰੂ ਜੀ ਉਤਸ਼ਾਹਤ ਹੁੰਦੇ ਐ। ਸੁਨਹਿ ਚੌਪ ਚਿਤ ਅਦਕ ਵਧਾਵਹਿ। ਸੁਣ ਕੇ ਚਿੱਤ ਵਿੱਚ ਹੋਰ ਵੀ ਚੌਂਪ ਵੱਧਦੀ ਹੈ, ਚਿੱਤ ਵਿੱਚ ਹੋਰ ਵੀ ਇੱਛਾ ਵੱਧਦੀ ਹੈ ਜੰਗ ਕਰਨ ਦੀ। ਕਾਰੀਗਰਨ ਹਜ਼ੂਰ ਬੁਲਾਵਹਿ। ਜਿਹੜੇ ਸ਼ਸਤਰ ਬਣਾਉਣ ਵਾਲੇ ਕਾਰੀਗਰ ਸ਼ਿਗਲੀਗਰ, ਉਹਨਾਂ ਨੂੰ ਸਤਿਗੁਰੂ ਕਲਗੀਆਂ ਵਾਲੇ ਆਪਣੇ ਕੋਲ ਸੱਦਦੇ ਐ। ਦੇ ਸੀਖ ਕਰਾਵਹਿ ਖਪਰੇ। ਤੇ ਸਿੱਖਿਆ ਦੇ ਕੇ ਸਮਝਾ ਕੇ ਕਾਰੀਗਰਾਂ ਨੂੰ ਸ਼ਿਗਲੀਗਰਾਂ ਨੂੰ ਤੇ ਖਪਰੇ ਤੀਰ ਕਢਵਾਉਂਦੇ ਆ, ਖਪਰੇ ਤੀਰ ਤਿਆਰ ਕਰਵਾਉਂਦੇ ਆ। ਇਸੀ ਰੀਤ ਗਨ ਆਯੁਧ ਅਪਰੇ। ਇਸੇ ਤਰ੍ਹਾਂ ਅਪਰੇ ਨਾਮ ਹੋਰ ਵੀ ਜਿਹੜੇ ਆਯੁਧ ਸ਼ਸਤਰ ਹੈ, ਵੱਡੇ ਤੇਗੇ, ਫਿਰ ਸੈਫ, ਸਰੋਈਆਂ ਇਤਿਆਦ, ਇਹ ਤਲਵਾਰਾਂ ਵੀ ਤਿਆਰ ਕਰਵਾਉਂਦੇ ਆ। ਫਿਰ ਬਰਸ਼ੇ ਤਿਆਰ ਕਰਵਾਉਂਦੇ ਆ। ਨਾਨਾ ਤਰ੍ਹਾਂ ਦੇ ਜਿਹੜੇ ਆਯੁਧ ਸ਼ਸਤਰ ਜੰਗ ਵਿੱਚ ਵਰਤੇ ਜਾਣ ਵਾਲੇ ਸਤਿਗੁਰੂ ਜੀ ਸ਼ਿਗਲੀਗਰਾਂ ਦੇ ਕੋਲੋਂ ਤਿਆਰ ਕਰਵਾਉਂਦੇ ਐ। ਸੇਲੇ ਸੰਗਨ ਭਾਲੇ ਭਲੇ। ਸੇਲੇ ਜਿਹੜੇ ਵੱਡੇ ਵੱਡੇ ਸੇਲੇ ਹਨਗੇ, ਚੌੜੇ ਬਰਸ਼ੇ। ਇਸੇ ਪ੍ਰਕਾਰ ਫਿਰ ਸਾਂਗ ਜਿਹੜੀਆਂ ਨਿੱਕੀਆਂ ਬਰਸ਼ੀਆਂ ਜਿਹੜੀਆਂ ਹਨਗੀਆਂ, ਤੇ ਇਸੇ ਪ੍ਰਕਾਰ ਭਾਲੇ, ਭਾਲੇ ਨਾਮ ਵੱਡਿਆਂ ਭਾਲਿਆਂ ਦਾ ਨਾਮ ਹੁੰਦਾ ਹੈ। ਸੋ ਜਿਹੜੇ ਸੇਲੇ ਬਰਸ਼ੇ ਹੁੰਦੇ ਆ ਲੰਮੇ ਤੇ ਭਾਲੇ ਹੁੰਦੇ ਚੌੜੇ, ਉਹਨਾਂ ਦੀਆਂ ਮੁਖੀਆਂ ਚੌੜੀਆਂ ਹੁੰਦੀਆਂ। ਜਿਵੇਂ ਖਪਰੇ ਤੀਰਾਂ ਦੀਆਂ ਮੁਖੀਆਂ ਚੌੜੀਆਂ ਹੁੰਦੀਆਂ, ਭਾਲਿਆਂ ਦੀਆਂ ਮੁਖੀਆਂ ਵੀ ਚੌੜੀਆਂ ਹੁੰਦੀਆਂ। ਸੋ ਇਸੇ ਪ੍ਰਕਾਰ ਭਲੀ ਪ੍ਰਕਾਰ ਐਸੇ ਬਰਸ਼ੇ ਬਰਸ਼ੀਆਂ ਸਤਿਗੁਰੂ ਜੀ ਤਿਆਰ ਕਰਵਾਉਂਦੇ ਆ। ਕਾਰੀਗਰ ਲੈ ਗਨ ਮਿਲੇ। ਤੇ ਕਾਰੀਗਰ ਜਿਹੜੇ ਆ ਉਹ ਇਸ ਤਰ੍ਹਾਂ ਗੁਰਾਂ ਦੇ ਦੱਸੇ ਮੁਤਾਬਕ ਨਾਨਾ ਤਰ੍ਹਾਂ ਦੇ ਸ਼ਸਤਰ ਤਿਆਰ ਕਰਦੇ ਆ। ਫਿਰ ਬੜੇ ਸ਼ੌਂਕ ਨਾਲ ਤਿਆਰ ਕਰਦੇ ਆ, ਬੜੀ ਮਿਹਨਤ ਤੇ ਮਸ਼ੱਕਤ ਨਾਲ ਤਿਆਰ ਕਰਦੇ ਆ। ਤੇ ਜਦ ਸੋਹਣੇ ਸੋਹਣੇ ਪੱਕੇ ਲੋਹੇ ਦੇ ਤਿਆਰ ਕਰਕੇ ਸ਼ਸਤਰ ਗੁਰੂ ਹਜ਼ੂਰੀ ਵਿੱਚ ਲੈ ਕੇ ਆਉਂਦੇ ਐ। ਹੇਰ ਸ਼ਸਤਰਨ ਹਰਖਾਵੈ। ਕਲਗੀਆਂ ਵਾਲੇ ਪਾਤਸ਼ਾਹ ਸ਼ਸਤਰ ਵੇਖ ਵੇਖ ਕੇ ਖੁਸ਼ ਹੁੰਦੇ ਆ, ਤੇ ਜਿਹੜੇ ਸ਼ਸਤਰ ਬਣਾਉਣ ਵਾਲੇ ਕਾਰੀਗਰ ਉਹਨਾਂ ਨੂੰ ਬੇਅੰਤ ਖੁਸ਼ੀਆਂ ਵੰਡਦੇ ਆ, ਖੁਸ਼ੀਆਂ ਦਿੰਦੇ ਆ। ਬਖਸ਼ਿਸ਼ ਧਨ ਕੀ ਅਦਕ ਦਿਵਾਵੈ। ਤੇ ਫਿਰ ਜਿੱਥੇ ਬੇਅੰਤ ਖੁਸ਼ੀਆਂ ਦਿੰਦੇ ਆ ਤੇ ਖੁਸ਼ੀਆਂ ਵੀ ਫੋਕੀਆਂ ਹੀ ਨਹੀਂ, ਅਗਲਿਆਂ ਦੀ ਮਿਹਨਤ ਵੀ ਦਿੰਦੇ ਆ। ਕਾਰੀਗਰਾਂ ਨੇ ਮਿਹਨਤ ਕੀਤੀ ਹੈ, ਇਸ ਵਾਸਤੇ ਉਹਨਾਂ ਨੂੰ ਕੋਸ਼ਕਾਰ ਨੂੰ ਕਹਿ ਕੇ ਬੇਅੰਤ
ਖੁੱਲਾ ਧਨ ਵੀ ਉਹਨਾਂ ਨੂੰ ਦਿੰਦੇ ਐ। ਸੋਨ ਸੁਨ ਜਸ ਆਵਹਿ ਨਰ ਘਨੇ। ਤੇ ਸੁਣ ਸੁਣ ਕੇ ਘਣੇ ਨਾਮ ਹੋਰ ਬਹੁਤੇ ਕਾਰੀਗਰ ਸ਼ਿਗਲੀਗਰ ਸਤਿਗੁਰਾਂ ਦੇ ਪਾਸ ਸਤਿਗੁਰਾਂ ਦੇ ਕੋਲ ਆਉਂਦੇ ਐ। ਆਯੁਧ ਅਰਪਤ ਹੈ ਅਨਗਿਨੇ। ਇਹ ਅਣਗਿਣਤ ਹੀ ਸ਼ਸਤਰ ਤਿਆਰ ਕਰਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕਰਦੇ ਆ, ਭੇਟਾ ਕਰਦੇ ਐ। ਵੀਰ ਸਮੀਪੀ ਬਖਸ਼ਨ ਕਰੈ। ਤੇ ਜਿਹੜੇ ਹਜ਼ੂਰੀ ਵਿੱਚ ਰਹਿਣ ਵਾਲੇ ਕੋਲ ਰਹਿਣ ਵਾਲੇ ਸੂਰਮੇ ਐ, ਸਤਿਗੁਰਾਂ ਦੇ ਸੰਗੀ ਗੁਰਸਿੱਖ ਆਣਗੇ। ਸਤਿਗੁਰੂ ਜੀ ਆਪਣੇ ਸਮਕਾਲੀ ਸੰਗੀ ਗੁਰਸਿੱਖਾਂ ਨੂੰ ਉਹ ਸ਼ਸਤਰ ਫਿਰ ਹਾਜ਼ਰ ਕਰ ਦਿੰਦੇ ਆ। ਜੋ ਵੀ ਕਾਰੀਗਰ ਲਿਆਉਂਦੇ ਆ ਉਹ ਸਿੰਘਰੇ ਲਵਾ ਦਿੰਦੇ, ਤਾਰਾਂ ਗਾਤਰੇ ਲਵਾ ਦਿੰਦੇ, ਬਰਸ਼ੇ ਹੱਥ 'ਚ ਪਕੜਵਾ ਦਿੰਦੇ, ਢਾਲ ਤੇ ਪਵਾ ਦਿੰਦੇ ਆ, ਤੀਰਾਂ ਦੇ ਭਰੇ ਭੱਥੇ ਮੋਢਿਆਂ ਤੇ ਤਨਖ ਹੱਥਾਂ 'ਚ ਪਕੜਵਾ ਦਿੰਦੇ ਆ। ਇਉਂ ਸ਼ਸਤਰ ਆਪਣੇ ਸੰਗੀ ਸਿੰਘਾਂ ਨੂੰ ਬਖਸ਼ਦੇ ਐ। ਗਹੇ ਸੋ ਹਰਖ ਹਿਰਦੇ ਬਹੁ ਧਰੈ। ਤੇ ਸ਼ਸਤਰ ਲੈ ਕੇ ਗੁਰਸਿੱਖ ਹਿਰਦੇ ਵਿੱਚ ਬੜੇ ਖੁਸ਼ ਹੁੰਦੇ ਐ, ਬੜੇ ਪ੍ਰਸੰਨ ਹੁੰਦੇ ਐ। ਕਾਰੀਗਰ ਨ ਟਿਕਾਵਹਿ ਬ੍ਰਿੰਦੇ। ਸਤਿਗੁਰਾਂ ਨੇ ਬਹੁਤ ਕਾਰੀਗਰ ਆਪਣੇ ਕੋਲ ਵੀ ਟਿਕਾ ਰੱਖੇ ਐ। ਜਿੱਥੇ ਘਰਾਂ ਤੋਂ ਵੀ ਕਾਰੀਗਰ ਸ਼ਸਤਰ ਤਿਆਰ ਕਰਕੇ ਲਿਆ ਕੇ ਹਾਜ਼ਰ ਕਰਦੇ ਐ, ਉੱਥੇ ਸਤਿਗੁਰਾਂ ਨੇ ਆਪਣੀ ਹਜ਼ੂਰੀ ਵਿੱਚ ਕੋਲ ਕਾਰੀਗਰ ਜਿਹੜੇ ਐ ਉਹਨਾਂ ਨੂੰ ਇੱਕ ਵੱਖਰੀ ਹੈ ਉਹ ਫੈਕਟਰੀ ਖੋਲ੍ਹ ਦਿੱਤੀ ਹੋਈ ਹੈ ਕਿ ਇੱਥੇ ਤੁਸੀਂ ਸ਼ਸਤਰ ਤਿਆਰ ਕਰੋ। ਉਹ ਜਿਹੜੀ ਸ਼ਸਤਰ ਬਣਾਉਣ ਵਾਲੇ ਪਾਤਸ਼ਾਹ ਖੋਲ੍ਹੀ ਗਈ ਉਹ ਗੁਰੂ ਪਿਆਰਿਓ ਲੋਹਗੜ੍ਹ ਦੇ ਵਿੱਚ, ਜਿਹੜਾ ਲੋਹਗੜ੍ਹ ਦਾ ਕਿਲ੍ਹਾ ਹੈ, ਉੱਥੇ ਸਤਿਗੁਰਾਂ ਦੇ ਸ਼ਸਤਰ ਤਿਆਰ ਹੁੰਦੇ ਸਨ, ਕਾਰੀਗਰ ਸ਼ਸਤਰ ਤਿਆਰ ਕਰਦੇ ਸਨ। ਘਰ ਹੈ ਅਨੇਕ ਵਿਧਾਨ ਬਿਲੰਦੇ। ਫਿਰ ਅਨੇਕ ਤਰ੍ਹਾਂ ਦੇ ਬਿਲੰਦੇ ਵੱਡੇ ਸ਼ਸਤਰ ਤਿਆਰ ਹੁੰਦੇ ਐ। ਦਿਨ ਪ੍ਰਾਤ ਹੀ ਸਮਾਜ ਬਿਰਧਾਵਹਿ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਪ੍ਰਤੀ ਦਿਨ ਜੰਗ ਦਾ ਜਿਹੜਾ ਸਮਾਜ ਹੈ ਉਹ ਵਧਾ ਰਹੇ ਹਨ। ਜੰਗ ਦੀ ਸਮੱਗਰੀ ਜਿਹੜੀ ਹੈ ਉਹਦੇ ਵਿੱਚ ਵ੍ਰਿੱਧੀ ਕਰ ਰਹੇ ਹੈ। ਰਾਖਹਿ ਚਾਕਰ ਜੇ ਢਿਗ ਆਵਹਿ। ਜੇ ਕੋਈ ਚਾਕਰੀ ਕਰਨ ਨੌਕਰੀ ਕਰਨ ਆਉਂਦਾ ਸਤਿਗੁਰਾਂ ਦੇ ਪਾਸ ਤੇ ਸਤਿਗੁਰੂ ਜੀ ਉਸ ਨੂੰ ਨੌਕਰੀ ਤੇ ਰੱਖ ਲੈਂਦੇ ਹੈ। ਕਿਤਕ ਦੇਗ ਤੇ ਅਚਹਿ ਆਹਾਰਾ। ਕਈ ਜਿਹੜੇ ਸਿਪਾਹੀ ਸੂਰਮੇ ਹੈ ਉਹ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦੇ ਐ। ਕਿਤਕ ਰਸਤ ਲੈ ਕਰਹਿ ਗੁਜ਼ਾਰਾ। ਕਈ ਜਿਹੜੇ ਆ ਉਹ ਸੁੱਕੀ ਰਸਤ ਲੈ ਲੈਂਦੇ ਆ ਗੁਰੂ ਘਰ ਦੇ ਵਿੱਚੋਂ ਤੇ ਆਪਣਾ ਜਲ ਪਾਣੀ ਤਿਆਰ ਕਰਕੇ ਛਕਦੇ। ਕਿਉਂ ਸੂਰਮੇ ਐ ਤੇ ਸੂਰਮਿਆਂ ਨੇ ਜਿਹੜਾ ਉਹ ਅਧਿਕ ਜਿਹੜਾ ਉਹ ਪਕਵਾਨ ਤਿਆਰ ਕਰਕੇ ਛਕਣਾ ਹੁੰਦਾ। ਆਪਣੀ ਮਨ ਇੱਛਾ ਦੇ ਮੁਤਾਬਕ ਜਿਹੜਾ ਹੈ ਉਹ ਸਬਜ਼ੀ ਭਾਜੇ ਆਦਿ ਦਾਲਾਂ ਵਿੱਚ ਘਿਓ ਆਦਿ ਪਾਉਣਾ, ਹੋਰ ਤਰ੍ਹਾਂ ਤਰ੍ਹਾਂ ਦੀਆਂ ਨਿਹਾਰੀਆਂ ਤਿਆਰ ਕਰਨੀਆਂ। ਸੋ ਕਈ ਜਿਹੜੇ ਆ ਉਹ ਸੁੱਕੀ ਰਸਤ ਲੈ ਲੈਂਦੇ ਆ ਮਨ ਚਾਹੀ ਤੇ ਆਪਣੀ ਮਨ ਦੀ ਇੱਛਾ ਮੁਤਾਬਕ ਤਿਆਰ ਕਰਕੇ ਛਕਦੇ ਆ। ਕਈ ਲੰਗਰ ਵਿੱਚੋਂ ਹੀ ਛਕ ਲੈਂਦੇ ਆ। ਧਨ ਕੀ ਦੇਤਾ ਨੌਕਰੀ ਤਨੈ। ਸਤਿਗੁਰੂ ਜੀ ਜਿਹੜੇ ਨੌਕਰੀ ਕਰਨ ਆਉਂਦੇ ਆ ਉਹਨਾਂ ਨੂੰ ਤਨਖਾਹ ਤੇ ਰੱਖ ਕੇ ਤੇ ਮਹੀਨੇ ਦੀ ਤਨਖਾਹ ਵੀ ਉਹਨਾਂ ਨੂੰ ਸਤਿਗੁਰੂ ਜੀ ਦਿੰਦੇ ਆ। ਜਿੰਨੀ ਮੁਕਰਰ ਕੀਤੀ ਹੋਈ ਹੁੰਦੀ ਹੈ ਉਹ ਫਿਰ ਤਨਖਾਹਾਂ ਵੀ ਸਿੱਖਾਂ ਨੂੰ ਜਿਹੜੇ ਸੂਰਮੇ ਸਿਪਾਹੀ ਰਹਿਣ ਵਾਸਤੇ ਆਉਂਦੇ ਆ। ਕਿਉਂਕਿ ਸਤਿਗੁਰਾਂ ਦੀ ਫੌਜ ਦੇ ਵਿੱਚ ਜਿੱਥੇ ਕਸ਼ਤਰੀਏ ਸੂਰਮੇ ਵੀ ਆਉਂਦੇ ਆ ਤੇ ਗੁਰੂ ਪਿਆਰਿਓ ਗੁਰਾਂ ਦੀ ਫੌਜ ਦੇ ਵਿੱਚ ਪਠਾਨ ਵੀ ਆਉਂਦੇ ਆ ਸਿਪਾਹੀ ਰਹਿਣ ਵਾਸਤੇ। ਤੇ ਸਤਿਗੁਰੂ ਜੀ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਉਂਕਿ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਸਤਿਗੁਰਾਂ ਦੇ ਕੋਲ ਵੀ ਜਿਸ ਤਰ੍ਹਾਂ ਫੌਜ ਵਿੱਚ ਜਿੱਥੇ ਕਸ਼ਤਰੀਏ ਸੂਰਮੇ ਵੀ ਰਹਿੰਦੇ ਸਨ ਉੱਥੇ ਸਤਿਗੁਰਾਂ ਨੇ ਪਠਾਨ ਜਿਹੜੇ ਆ ਉਹ ਵੀ ਫੌਜ ਵਿੱਚ ਭਰਤੀ ਕੀਤੇ ਹੋਏ ਹੁੰਦੇ ਸਨ। ਉਸੇ ਤਰ੍ਹਾਂ
ਆਪਣੇ ਦਾਦਾ ਜੀ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਜਿੱਥੇ ਕਸ਼ਤਰੀਏ ਸੂਰਮੇ ਹੈ ਉਹਨਾਂ ਨੂੰ ਵੀ ਫੌਜ ਵਿੱਚ ਰੱਖਦੇ ਹੈ, ਤੇ ਜੇ ਕੋਈ ਪਠਾਨ ਵੀ ਰਹਿਣ ਵਾਸਤੇ ਆਉਂਦਾ ਹੈ ਤੇ ਉਹਨੂੰ ਵੀ ਸਤਿਗੁਰੂ ਜੀ ਤਨਖਾਹ ਤੇ ਰੱਖਦੇ ਹੈ। ਜੇ ਨਿਤ ਰਹਿਤ ਬੀਰ ਰਸ ਸਨੈ, ਜਿਹੜੇ ਨਿਤਾ ਪ੍ਰਤੀ ਹਮੇਸ਼ਾ ਵੀਰ ਰਸ ਦੇ ਵਿੱਚ ਸਣੇ ਨਾਮ ਭਿੱਜੇ ਰਹਿੰਦੇ ਹੈ, ਵੀਰ ਰਸ ਵਿੱਚ ਮਿਲੇ ਰਹਿੰਦੇ, ਅਥਵਾ ਜਿਹੜੇ ਕਈ ਵੀਰ ਨਾਮ ਸੂਰਮੇ ਰਸ ਸਣੇ ਗੁਰਾਂ ਦੇ ਪ੍ਰੇਮ ਰਸ ਵਿੱਚ ਸਣੇ ਨਾਮ ਭਿੱਜੇ ਹੋਏ, ਉਹ ਬਿਨਾਂ ਤਨਖਾਹਾਂ ਤੋਂ ਵੀ ਰਹਿੰਦੇ ਆ। ਜਿਹੜੇ ਗੁਰਾਂ ਦੇ ਹਜ਼ੂਰੀ ਨਿਕਟਵਰਤੀ ਗੁਰਸਿੱਖ ਹੈ, ਉਹ ਸੇਵਾ ਵਿੱਚ ਹੀ ਗੁਰਾਂ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੂੰ ਦਰਸ਼ਨਾਂ ਦਾ ਹੀ ਵੱਡਾ ਲਾਭ ਪ੍ਰਾਪਤ ਕਰਦੇ ਆ, ਉਹ ਤਨਖਾਹਾਂ ਨਾ ਲੈ ਕੇ ਤੇ ਸੇਵਾ ਵਿੱਚ ਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਰਹਿੰਦੇ ਆ। ਤੇ ਕਈ ਜਿਹੜੇ ਆ ਉਹ ਤਨਖਾਹਾਂ ਵੀ ਲੈਂਦੇ ਆ। ਸਤਿਗੁਰੂ ਜੀ ਹਰ ਤਰ੍ਹਾਂ ਦੇ ਸਿਪਾਹੀ ਰੱਖਦੇ ਆ। ਹੈ ਨ ਅਰੂਢ ਹੈ ਵਹਿਰ ਸਿਧਾਰ ਹੈ, ਫਿਰ ਘੋੜਿਆਂ ਤੇ ਸਵਾਰ ਹੁੰਦੇ ਆ ਸਤਿਗੁਰੂ ਜੀ, ਗੁਰਾਂ ਦੇ ਨਾਲ ਸਿਪਾਹੀ ਵੀ ਸਵਾਰ ਹੁੰਦੇ ਆ ਤੇ ਬਾਹਰ ਜੰਗਲਾਂ ਵੱਲ ਨੂੰ ਜਾਂਦੇ ਆ। ਬ੍ਰਿਤ ਅਖੇਰ ਕਰਹਿ ਮੁਦ ਧਾਰ ਹੈ, ਅਖੇਰ ਬਿਰਤੀ ਧਾਰਨ ਕਰਦੇ, ਸ਼ਿਕਾਰ ਵਾਲੀ ਬਿਰਤੀ ਧਾਰਨ ਕਰਕੇ ਬੜੇ ਮੁਦਤ ਹੁੰਦੇ, ਬੜੇ ਪ੍ਰਸੰਨ ਹੁੰਦੇ। ਮ੍ਰਿਗਨ ਤਵਾਏ ਥਕਾਵਹਿ ਜਬੈ, ਜੇ ਕੋਈ ਜੰਗਲ ਵਿੱਚ ਮਿਰਗ ਆਦਿ ਸ਼ਿਕਾਰ ਲੱਭ ਜਾਂਦਾ ਹੈ ਤੇ ਪਹਿਲੋਂ ਉਹਨੂੰ ਦੜਾਉਂਦੇ ਆ। ਹਿਰਨ ਅੱਗੇ ਅੱਗੇ ਦੌੜਦਾ, ਘੋੜੇ ਨੂੰ ਮਗਰ ਦੜਾਉਂਦੇ। ਹਿਰਨ ਥੱਕ ਜਾਂਦਾ, ਹੰਬ ਜਾਂਦਾ, ਫਿਰ ਉਹਦਾ ਸ਼ਿਕਾਰ ਕਰਦੇ ਆ। ਘੇਰ ਘੇਰ ਸਰ ਮਾਰਹਿ ਤਬੈ, ਤੇ ਘੇਰ ਘੇਰ ਕੇ ਉਹ ਹਿਰਨ ਆਦਿਕਾਂ ਨੂੰ ਤੀਰ ਮਾਰ ਕੇ ਉਹਨਾਂ ਦਾ ਸ਼ਿਕਾਰ ਕਰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਤੇ ਸਤਿਗੁਰਾਂ ਦੇ ਨਾਲ ਦੇ ਜਿਹੜੇ ਸੰਗੀ ਸਿਪਾਹੀ ਗੁਰਸਿੱਖ ਹਨ, ਕੋ ਤੁਫੰਗ ਕੋ ਸ਼ੋਰਤ ਹਨੇ, ਕੋਈ ਤੁਫੰਗ ਚਲਾਉਂਦਾ, ਕੋਈ ਬੰਦੂਕ ਚਲਾ ਕੇ ਸ਼ਿਕਾਰ ਕਰਦਾ, ਕੋਈ ਤੀਰ ਨਾਲ ਸ਼ਿਕਾਰ ਕਰਦਾ। ਸਿੱਖਹਿ ਸ਼ਸਤਰ ਪ੍ਰਹਾਰਨ ਕਨੇ, ਤੇ ਇਸ ਤਰ੍ਹਾਂ ਸ਼ਸਤਰਾਂ ਦੇ ਪ੍ਰਹਾਰ ਕਰਨੇ ਸਿੱਖਦੇ ਆ, ਸ਼ਸਤਰਾਂ ਦੇ ਵਾਰ ਕਰਨੇ ਸਿੱਖਦੇ ਆ। ਕਿਉਂਕਿ ਰਣ ਭੂਮੀ ਦੇ ਵਿੱਚ ਸ਼ਸਤਰ ਉਹੀ ਚਲਾ ਸਕੇਗਾ ਕਿ ਜਿਹਨੇ ਸ਼ਸਤਰ ਚਲਾਉਣ ਦਾ ਅਭਿਆਸ ਕੀਤਾ, ਦੂਜਾ ਕੀ ਚਲਾ ਸਕੇਗਾ। ਇਸ ਵਾਸਤੇ ਸ਼ਿਕਾਰ ਖੇਲਣ ਦਾ ਇਹੀ ਕਾਰਨ ਸੀ। ਜੇ ਕਲਗੀਆਂ ਵਾਲੇ ਪਾਤਸ਼ਾਹ ਜਾਂ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਜਾਂ ਪ੍ਰਥਮ ਲਿਆ ਸਮਿਆਂ ਵਿੱਚ ਵੀ ਜਿੰਨੇ ਵੀ ਸੂਰਬੀਰ ਬਹਾਦਰ ਵੱਡੇ ਵੱਡੇ ਸੂਰਮੇ ਕ੍ਰਿਸ਼ਨ ਕਾਲ ਜਾਂ ਰਾਮਚੰਦਰ ਜੀ ਦੇ ਕਾਲ ਸਮੇਂ ਵਿੱਚ ਵੀ ਸ਼ਿਕਾਰ ਖੇਲਦੇ ਰਹੇ ਸੂਰਮੇ। ਸੂਰਮਿਆਂ ਦਾ ਅਧਿਕਾਰ ਹੈ ਸ਼ਿਕਾਰ ਖੇਲਣਾ, ਕਿਉਂਕਿ ਸ਼ਿਕਾਰ ਖੇਲਣ ਵੇਲੇ ਹੀ ਸ਼ਸਤਰ ਚਲਾਉਣ ਦਾ ਅਭਿਆਸ ਹੋਵੇਗਾ, ਤਾਂ ਹੀ ਰਣ ਭੂਮੀ ਵਿੱਚ ਸ਼ਤਰੂ ਦਾ ਮੁਕਾਬਲਾ ਹੋ ਸਕੇਗਾ। ਫਿਰ ਸ਼ਿਕਾਰ ਖੇਲਦਿਆਂ ਕਿਸੇ ਜੀਵ ਨੂੰ ਮਾਰਾਂਗੇ ਤਾਂ ਹੀ ਰਣ ਭੂਮੀ ਦੇ ਵਿੱਚ ਸਾਹਮਣੇ ਖਲੋਤੇ ਮਨੁੱਖ ਤੇ ਵਾਰ ਕਰ ਸਕਾਂਗੇ ਨਾ। ਜਿਹਨੇ ਕਿਸੇ ਨੂੰ ਮਾਰਿਆ ਤੱਕ ਨਹੀਂ ਹੈ, ਕਿਸੇ ਕਹਿ ਲਓ ਕਿ ਕਿਸੇ ਨੂੰ ਕੋਈ ਰੋੜਾ ਤੱਕ ਨਹੀਂ ਮਾਰਿਆ, ਕੋਈ ਸੋਟਾ ਨਹੀਂ ਮਾਰਿਆ, ਉਹਨੇ ਰਣ ਭੂਮੀ ਵਿੱਚ ਸ਼ਤਰੂ ਨਾਲ ਜੰਗ ਕਰਕੇ ਤੇ ਤਲਵਾਰ ਨਾਲ ਅਗਲੇ ਦਾ ਸਿਰ ਕਲਮ ਕਰ ਸਕੇ, ਸੰਭਵ ਹੀ ਨਹੀਂ ਹੈ। ਇਸ ਵਾਸਤੇ ਇਹ ਕਾਰਨ ਹਨਗੇ ਸ਼ਿਕਾਰ ਖੇਲਣ ਦੇ। ਫਿਰ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਤਾਂ ਜਿਨ੍ਹਾਂ ਦਾ ਸ਼ਿਕਾਰ ਕਰਦੇ ਹੈ ਜਾਂ ਜਿਨ੍ਹਾਂ ਦੀ ਸਤਿਗੁਰਾਂ ਦੀ ਦ੍ਰਿਸ਼ਟੀ ਦੇ ਸਾਹਮਣੇ ਜਿਨ੍ਹਾਂ ਦਾ ਸ਼ਿਕਾਰ ਹੁੰਦਾ, ਸਤਿਗੁਰੂ ਜੀ ਤੇ ਉਹਨਾਂ ਦੀ ਕਲਿਆਣ ਕਰ ਦਿੰਦੇ ਆ, ਉਹਨਾਂ ਨੂੰ ਮੁਕਤ ਕਰ ਦਿੰਦੇ ਆ। ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਉਹਨਾਂ ਦੇ ਸੰਗੀ ਗੁਰਸਿੱਖ ਸ਼ਿਕਾਰ ਵੀ ਖੇਲਦੇ ਆ। ਕੋ ਕਿਰਪਾਨ ਤੇ ਕਰਹਿ ਸੰਘਾਰਨ, ਕੋਈ ਕਿਰਪਾਨ ਦੇ ਨਾਲ ਹੀ ਸੰਘਾਰ ਦਿੰਦਾ ਹਿਰਨਾਦ, ਜਾਂ ਜੋ ਵੀ ਕੋਈ ਜੰਗਲ ਦੇ ਵਿੱਚੋਂ
ਪਾੜੇ ਆਦ ਕਰਕੇ ਜਾਂ 12 ਸਿੰਘਿਆ ਜੋ ਵੀ ਜੰਗਲ ਦੇ ਵਿੱਚੋਂ ਸ਼ਿਕਾਰ ਨਿਕਲਦਾ ਤੇ ਜੋ ਜੋ ਸ਼ਿਕਾਰ ਜਿਸ ਜਿਸ ਸੂਰਮੇ ਦੇ ਸਾਹਮਣੇ ਨਿਕਲਦਾ ਆਪੋ ਆਪਣੇ ਸ਼ਸਤਰਾਂ ਦੇ ਨਾਲ ਉਹਨਾਂ ਦਾ ਸੰਘਾਰ ਕਰਦੇ ਐ। ਓ ਤੋਮਰ ਪਰਮਾਏ ਪ੍ਰਹਾਰਨ ਤੇ ਕਈ ਜਿਹੜੇ ਐ ਉਹ ਤੋਮਰ ਭਰਮਾਉਣ ਦੇ ਵਿੱਚ ਬੜੇ ਪ੍ਰਾਂਗਤ ਹਨਗੇ। ਜਿਵੇਂ ਯੁਧਿਸ਼ਠਿਰ ਤੋਮਰ ਦੇ ਵਿੱਚ ਵਰਸ਼ਾ ਚਲਾਉਣ ਵਿੱਚ ਬੜਾ ਪ੍ਰਾਂਗਤ ਸੀ, ਸੋ ਕਈਆਂ ਦੇ ਕੋਲ ਵਰਸ਼ਾ ਚਲਾਉਣ ਦੀ ਵਿਦਿਆ ਬੜੀ ਹੈ। ਸੋ ਉਹ ਘੋੜੇ ਤੇ ਸਵਾਰ ਵਰਸ਼ਾ ਹੀ ਐਸੇ ਬਲਪੂਰਵਕ ਤੇ ਸ਼ਿਸ਼ਤ ਸਾਧ ਕੇ ਨਿਸ਼ਾਨਾ ਸਾਧ ਕੇ ਚਲਾਉਂਦੇ ਹੈ ਕਿ ਭੱਜੇ ਜਾਂਦੇ ਹੋਏ ਹਿਰਨ ਨੂੰ ਪਾੜ ਕੇ ਤੇ ਉਹਦਾ ਸ਼ਿਕਾਰ ਕਰ ਦਿੰਦੇ ਐ। ਸ਼ਿਕਰੇ ਜੁਰਰੇ ਬਾਜ ਰੋਸਵਾਨ ਇਹ ਬਾਜ ਦੀਆਂ ਕਿਸਮਾਂ ਹਨਗੀਆਂ ਵੱਖ ਵੱਖ। ਸ਼ਿਕਰੇ ਜੁਜਰੇ ਬਾਜ ਆਦਿ ਕਰਕੇ ਇਹ ਸ਼ਿਕਾਰੀ ਪੰਛੀ ਹਨ ਜਿਹੜੇ। ਇਨ ਤੇ ਕਰਹਿ ਅਖੇਰ ਮਹਾਨ ਇਹਨਾਂ ਦੁਆਰਾ ਵੀ ਸਤਿਗੁਰੂ ਜੀ ਸ਼ਿਕਾਰ ਖੇਡਦੇ ਐ। ਹੈ ਅਰੂਢ ਬੇ ਵਿਦਿਆ ਫੇਰਨ ਫਿਰ ਹੈ ਘੋੜੇ ਤੇ ਸਵਾਰ ਹੋਣਾ, ਘੋੜੇ ਨੂੰ ਫੇਰਨ ਦੀ ਘੁਮਾਉਣ ਦੀ ਵਿਦਿਆ ਜਿਹੜੀ ਹੈ ਉਹਦਾ ਅਭਿਆਸ ਕਰਦੇ ਤੇ ਕਰਵਾਉਂਦੇ ਐ। ਅਦਕ ਤਵਾਵੈ ਹੈ ਫੰਦ ਹੈ ਪ੍ਰੇਰਨ ਫਿਰ ਘੋੜੇ ਨੂੰ ਬਹੁਤ ਦੌੜਾਉਣਾ ਤੇ ਦੌੜੇ ਜਾਂਦੇ ਹੋਏ ਨੂੰ ਫਿਰ ਫੰਧਾਉਣਾ ਟਪਾਉਣਾ ਕਿ ਰਣ ਭੂਮੀ ਦੇ ਵਿੱਚ ਜਦ ਫਿਰ ਘੋੜੇ ਚੱਲਦੇ ਆ ਤੇ ਉੱਥੇ ਫਿਰ ਕਈ ਸੂਰਮੇ ਰਣ ਭੂਮੀ ਵਿੱਚ ਮ੍ਰਿਤਕ ਪਏ ਹੋਏ ਹੁੰਦੇ ਆ, ਉਹਨਾਂ ਨੂੰ ਟੱਪ ਕੇ ਅੱਗੋਂ ਦੀ ਲੰਘਣਾ। ਸੋ ਘੋੜਿਆਂ ਦਾ ਵੀ ਅਭਿਆਸ ਕਰਾਉਂਦੇ ਆ, ਕਿਉਂਕਿ ਰਣ ਭੂਮੀ ਦੇ ਵਿੱਚ ਕਿਧਰੇ ਰੱਥ ਆਦਿ ਟੁੱਟੇ ਪਏ ਹੋਏ ਹੋਣ, ਘੋੜਾ ਨੱਠਾ ਜਾਂਦਾ ਹੋਵੇ ਤੇ ਫਿਰ ਕਿਵੇਂ ਉਸਨੇ ਛਾਲ ਮਾਰ ਕੇ ਟੱਪ ਕੇ ਪਾਰ ਹੋਣਾ, ਉਹ ਅਭਿਆਸ ਪ੍ਰਥਮ ਹੀ ਕਰਵਾਉਂਦੇ। ਘੋੜਿਆਂ ਨੂੰ ਦੌੜਾਉਂਦੇ ਆ ਤੇ ਦੌੜੇ ਜਾਂਦੇ ਹੋਏ ਦੀਆਂ ਛਾਲਾਂ ਮਰਵਾਉਂਦੇ ਐ। ਛਾਲ ਵਿਸਾਲ ਅਲਪ ਕਰਵਾਵਹਿ ਸੋ ਵਿਸਾਲ ਵੱਡੀਆਂ ਤੇ ਅਲਪ ਨਿੱਕੀਆਂ ਛਾਲਾਂ ਘੋੜਿਆਂ ਦੀਆਂ ਮਰਵਾਉਂਦੇ ਐ। ਬਾਗਨ ਕੇ ਅਨੁਸਾਰ ਪਰਮਾਵਹਿ ਫਿਰ ਵਾਗਾਂ ਦੇ ਅਨੁਸਾਰ ਸੂਰਮਿਆਂ ਨੇ ਘੋੜਸਵਾਰ ਸੂਰਮਿਆਂ ਨੇ ਘੋੜਿਆਂ ਦੀਆਂ ਵਾਗਾਂ ਲਗਾਮਾਂ ਪਕੜੀਆਂ ਹੋਈਆਂ ਤੇ ਲਗਾਮਾਂ ਦੇ ਅਨੁਸਾਰ ਇਸ਼ਾਰੇ ਨਾਲ ਚਲਾਉਂਦੇ ਐ। ਇਹ ਨਹੀਂ ਘੋੜਾ ਮੂੰਹ ਜੋਰ ਹੋਵੇ, ਵਾਗ ਇੱਧਰ ਨੂੰ ਖੁੱਚੇ ਜਿਹੜਾ ਸਵਾਰ ਹੈ ਤੇ ਘੋੜਾ ਦੂਜੇ ਬੰਨੇ ਨੂੰ ਤੁਰਿਆ ਜਾਵੇ, ਇਸ ਤਰ੍ਹਾਂ ਨਹੀਂ। ਅਭਿਆਸ ਕਰਾਉਂਦੇ ਆ ਘੋੜਿਆਂ ਦਾ ਤੇ ਇਸ਼ਾਰੇ ਨਾਲ ਹੀ ਵਾਗ ਨੂੰ ਮੜਾ ਜਿਹਾ ਇਸ਼ਾਰਾ ਦਿੰਦੇ, ਜਿੱਧਰ ਨੂੰ ਉਧਰ ਨੂੰ ਹੀ ਘੋੜਾ ਮੁੜ ਜਾਂਦਾ ਹੈ। ਕਰਹਿ ਕੁੰਡਲਾਕਾਰ ਵਿਸਾਲੇ ਫਿਰ ਕੁੰਡਲਾਕਾਰ ਵੀ ਵਿਸਾਲ ਬਹੁਤਾ ਕਰਦੇ ਆ, ਤਾਂ ਕਿ ਰਣ ਭੂਮੀ ਵਿੱਚ ਜਦੋਂ ਸਾਹਮਣੇ ਸ਼ਤਰੂ ਨਾਲ ਮੁਕਾਬਲਾ ਹੋ ਰਿਹਾ ਹੋਵੇ ਤੇ ਸ਼ਤਰੂ ਦਾ ਵਾਰ ਆ ਰਿਹਾ ਹੋਵੇ, ਆਪਣਾ ਸ਼ਸਤਰ ਟੁੱਟ ਜਾਵੇ, ਢਾਲ ਹੱਥੋਂ ਛੁੱਟ ਜਾਵੇ ਤੇ ਫਿਰ ਕਿਵੇਂ ਘੋੜੇ ਨੂੰ ਕੁੰਡਲੀ ਆਕਾਰ ਘੁਮਾ ਕੇ ਸ਼ਤਰੂ ਦੇ ਵਾਰ ਤੋਂ ਆਪਣੇ ਆਪ ਨੂੰ ਬਚਾਉਣਾ ਹੈ। ਇਸ ਵਾਸਤੇ ਕੁੰਡਲੀ ਆਕਾਰ, ਜਿਵੇਂ ਕੁੰਡਲੀਆ ਸੱਪ ਹੁੰਦਾ, ਇਹੋ ਘੋੜੇ ਨੂੰ ਕੁੰਡਲਾਕਾਰ ਕਰਕੇ ਜਿਹੜਾ ਹੈ ਉਹ ਘੁਮਾਉਣਾ ਮੁੜਾਉਣਾ, ਇਸ ਤਰ੍ਹਾਂ ਦਾ ਅਭਿਆਸ ਕਰਵਾਉਂਦੇ ਐ। ਪਲਟ ਹੈ ਤੁਰਤ ਫੁਰਤ ਕਰ ਨਾਲੇ ਤੇ ਬੜੀ ਫੁਰਤੀ ਦੇ ਨਾਲ ਭੱਜਾ ਜਾਂਦਾ ਘੋੜਾ, ਪਲਟ ਕੇ ਫਿਰ ਉਸੇ ਬੰਨੇ ਨੇ ਪਿਛਾਂ ਨੂੰ ਮੋੜ ਆਉਂਦਾ, ਕੁੰਡਲੀ ਆਕਾਰ ਘੁੰਮ ਕੇ। ਪੁਨਹ ਅਟੇਰਨ ਕੀ ਵਿਦ ਪ੍ਰੇਰਣਾ ਫਿਰ ਅਟੇਰਨ ਕੀ ਵਿਦ, ਅਟੇਰਨੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ, ਜਿਨ੍ਹਾਂ ਦੇ ਉੱਤੇ ਵਾਣ ਆਦ ਜਿਹੜਾ ਉਹ ਅਟੇਰਿਆ ਜਾਂਦਾ ਸੀ। ਮਾਈਆਂ ਬੀਬੀਆਂ ਪੂਣੀਆਂ ਕੱਤਦੀਆਂ ਹੁੰਦੀਆਂ ਸਨਗੀਆਂ ਚਰਖਿਆਂ ਦੇ ਨਾਲ, ਤੇ ਉਹ ਤਕਲੇ ਤੇ ਉੱਤੇ ਜਦੋਂ ਉਹ ਪੂਣੀਆਂ ਦਾ ਸੂਤ ਕੱਤਿਆ ਜਾਣਾ, ਫਿਰ ਉਹਨੂੰ ਅਟੇਰੇ ਦੇ ਉੱਤੇ ਟੇਰਨਾ, ਅਟੇਰਨੇ ਹੁੰਦੇ ਆ। ਸੋ ਜਿਵੇਂ ਉਹ ਅਟੇਰੇ ਦੇ ਉੱਤੇ ਸੂਤ ਜਿਹੜਾ ਹੈ ਉਹ ਚਾੜੀਦਾ ਹੈ ਨਾ,
ਇਸ ਤਰ੍ਹਾਂ ਅਟੇਰਣਿਆਂ ਵੱਤ ਵੀ ਘੋੜਿਆਂ ਨੂੰ ਘੁਮਾਉਣ ਦੀ ਵਿਦਿਆ ਦਾ ਅਭਿਆਸ ਕਰਦੇ ਐ ਹੇਤ ਚਲਾਕੀ ਫਿਰ ਫੇਰਨ ਤੇ ਬੜੀ ਚਲਾਕੀ ਨਾਲ ਫੁਰਤੀ ਨਾਲ ਫਿਰ ਮੁੜ ਮੁੜ ਘੋੜੇ ਨੂੰ ਫੇਰਨਾ ਘੁਮਾਉਣਾ। ਦਿਨ ਪ੍ਰਤ ਬਹੁ ਬਿਲਾਸ ਗੁਰ ਕਰੈ ਇਸ ਤਰ੍ਹਾਂ ਪ੍ਰਤੀ ਦਿਨ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਬੜੇ ਕੌਤਕ ਵਿਲਾਸ ਕਰਦੇ ਐ ਤੇ ਇਸ ਤਰ੍ਹਾਂ ਵੇਖ ਕੇ ਪ੍ਰਤੀਤ ਹੋ ਰਿਹਾ ਕਿ ਮਨ ਬਹੁਤ ਵੱਡੇ ਰਣ ਅਖਾੜੇ ਸਤਿਗੁਰੂ ਜੀ ਰਚਣਗੇ ਤੇ ਰਣ ਅਖਾੜੇ ਰਚਣ ਦਾ ਲਕਸ਼ ਲੱਗਦਾ ਹੈ ਕਿ ਅਵਸ਼ ਹੀ ਸੰਸਾਰ ਦੇ ਉੱਪਰ ਫੈਲੀ ਹੋਈ ਜਿਹੜੀ ਅਰਾਜਕਤਾ ਤੇ ਅਧਰਮ ਹੈ ਇਸ ਦਾ ਨਾਸ ਕਰਕੇ ਸਤਿਗੁਰੂ ਜੀ ਧਰਮ ਦੀ ਸਥਾਪਨਾ ਕਰਨਗੇ। ਇਉਂ ਜਿਹੜੇ ਸਿਆਣੇ ਲੋਕ ਅਨੁਮਾਨ ਲਾ ਰਹੇ ਕਲਗੀਆਂ ਵਾਲੇ ਪਾਤਸ਼ਾਹ ਦੀ ਇਸ ਤਰ੍ਹਾਂ ਦੀ ਹੋ ਰਹੀ ਜੰਗਾਂ ਦੀ ਤਿਆਰੀ ਵੇਖ ਕੇ ਵੇਖ ਸਿੱਖ ਸੰਗਤ ਏਮ ਉਰ ਧਰੈ ਇਸ ਤਰ੍ਹਾਂ ਮਨ ਵਿੱਚ ਸਿੱਖ ਸੰਗਤਾਂ ਅਨੁਮਾਨ ਲਾਉਂਦੀਆਂ ਰੀਤ ਪਿਤਾਮੇ ਕੀ ਉਰ ਧਾਰੀ ਇਹਨਾਂ ਨੇ ਆਪਣੇ ਪਿਤਾਮਹ ਆਪਣੇ ਦਾਦਾ ਸਤਿਗੁਰਾਂ ਵਾਲੀ ਮਰਜ਼ਾਦਾ ਹਿਰਦੇ 'ਚ ਧਾਰਨ ਕਰ ਲਈ ਹੈ। ਵੇਦ ਸੰਗਰ ਕੀ ਸਕਲ ਸੰਭਾਰੀ ਤੇ ਸੰਗਰ ਦੀ ਜੰਗ ਦੀ ਸਾਰੀ ਵਿਧੀ ਇਹਨਾਂ ਨੇ ਸੰਭਾਲ ਲਈ ਹੈ। ਇਹ ਘਾਲ ਹੈ ਸ਼ਤਰਨ ਘਮਸਾਨੇ ਇਹ ਸ਼ਤਰੂਆਂ ਦੇ ਨਾਲ ਘਮਾਸਾਨ ਦਾ ਜੰਗ ਕਰਨਗੇ ਇਹ ਸ਼ਤਰੂਆਂ ਦੇ ਨਾਲ ਵੱਡੇ ਰਣ ਅਖਾੜੇ ਰਚਣਗੇ। ਆਯੁਧ ਵਿਦਿਆ ਮਹਿ ਸਵਧਾਨੇ ਸ਼ਸਤਰ ਵਿਦਿਆ ਦੇ ਵਿੱਚ ਸਦਾ ਸਾਵਧਾਨ ਰਹਿੰਦੇ ਐ ਜਥਾ ਚਿਰਤਰ ਤਿਨਹ ਕੋ ਸੁਨੇ ਜਿਸ ਤਰ੍ਹਾਂ ਆਪਣੇ ਦਾਦਾ ਸਤਿਗੁਰਾਂ ਦੇ ਕੌਤਕਾਂ ਨੂੰ ਸੁਣਦੇ ਐ ਤਥਾ ਇਨਹ ਮੈਂ ਪਈਅਤ ਘਨੇ ਉਸੇ ਤਰ੍ਹਾਂ ਦੇ ਗੁਣ ਉਸੇ ਤਰ੍ਹਾਂ ਦੇ ਲਕਸ਼ਣ ਇਹਨਾਂ ਦੇ ਵਿੱਚ ਪਾਈਦੇ ਐ। ਕ੍ਰਾਂਤਮਾਨ ਬੜ ਰੂਪ ਪ੍ਰਕਾਸ਼ ਹੈ ਬੜਾ ਇਹਨਾਂ ਦਾ ਚਿਹਰਾ ਕ੍ਰਾਂਤੀਮਾਨ ਹੈ ਬੜਾ ਸੌਂਦਰਯ ਸਰੂਪ ਪ੍ਰਕਾਸ਼ਮਾਨ ਹੈ ਕਲਗੀਆਂ ਵਾਲੇ ਸਤਿਗੁਰਾਂ ਦਾ। ਹੋਏ ਪ੍ਰਸੰਨ ਬਖਸ਼ਤ ਸੁਖ ਰਸ ਹੈ ਪ੍ਰਸੰਨ ਹੋ ਕੇ ਸਿੱਖ ਸੰਗਤਾਂ ਨੂੰ ਬੇਅੰਤ ਸੁੱਖਾਂ ਦੀਆਂ ਦਾਤਾਂ ਬਖਸ਼ਦੇ ਹਨ। ਜਿਨ ਕੀ ਰੀਜਾ ਖੀਜਾ ਬਿਨ ਮੋਜੂ ਜਿਨ੍ਹਾਂ ਭਾਵ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਰੀਝ ਖੁਸ਼ੀ ਤੇ ਖੀਜ ਗੁੱਸਾ ਕ੍ਰੋਧ ਉਹ ਬਿਨ ਮੋਗੂ ਹੈ ਭਾਵ ਨਿਸ਼ਫਲ ਜਾਣ ਵਾਲੇ ਨਹੀਂ ਹੈ। ਜਿਹਦੇ ਤੇ ਖੁਸ਼ੀਆਂ ਕਰ ਦਿੰਦੇ ਐ ਉਹਨੂੰ ਨਦਰੋ ਨਦਰੀ ਨਿਹਾਲ ਕਰ ਦਿੰਦੇ ਐ ਤੇ ਜਿਹਦੇ ਤੇ ਖਿਜ ਜਾਂਦੇ ਐ ਜਿਹਦੇ ਤੇ ਵੀਰ ਰਸ ਵਿੱਚ ਆ ਜਾਂਦੇ ਐ ਇਹ ਸਤਿਗੁਰੂ ਜੀ ਫਿਰ ਉਹਦਾ ਜਿਹੜਾ ਹੈ ਉਹ ਬਣਿਆ ਹੋਇਆ ਕਾਰਜ ਗੁਰਾਂ ਦੀ ਕਰੋਪੀ ਕਾਰਨ ਵਿਗੜ ਵੀ ਜਾਂਦਾ ਭਾਵ ਗੁਰਾਂ ਦੀ ਰੀਝ ਤੇ ਖੀਜ ਬਿਨਾ ਫਲ ਦਿੱਤੇ ਤੋਂ ਨਿਸ਼ਫਲ ਨਹੀਂ ਜਾਂਦੀ। ਨਸ ਹੈ ਬਿਗਨ ਅਗਨ ਕੇ ਓਗੂ ਫਿਰ ਵੱਡੇ ਵੱਡੇ ਅਗਨ ਪਾਪ ਜਿਹੜੇ ਆ ਉਹਨਾਂ ਨੂੰ ਨਾਸ ਕਰਨ ਵਾਲੇ ਵਿਗਨਾਂ ਨੂੰ ਕੱਟਣ ਵਾਲੇ ਐ। ਆਏ ਦੂਰ ਤੇ ਦਰਸ਼ਨ ਕਰ ਹੈ ਦੂਰ ਦੂਰ ਤੋਂ ਸਿੱਖ ਸੰਗਤਾਂ ਆਉਂਦੀਆਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਆ ਕੇ। ਕੌਣ ਘਰ ਵਿਖੇ ਧਿਆਨ ਨੇਤ ਧਰੈ ਹੈ ਤੇ ਫਿਰ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਜੋ ਸਰੂਪ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਂਦੀਆਂ ਸੰਗਤਾਂ ਉਸੇ ਪਾਵਨ ਸੂਰਬੀਰ ਸਰੂਪ ਦਾ ਧਿਆਨ ਧਾਰਨ ਕਰਦੀਆਂ ਸੰਗਤਾਂ ਤੇ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਸਰੂਪ ਵਿੱਚ ਮਗਨ ਹੁੰਦੀਆਂ ਤੇ ਆਪਣਾ ਇਹ ਮਨੁੱਖਾ ਜਨਮ ਸਫਲ ਕਰਦੀਆਂ ਸਿੱਖ ਸੰਗਤਾਂ ਭਵ ਸਾਗਰ ਤੋਂ ਤਰ ਕੇ ਮੋਖਸ਼ ਪਦ ਨੂੰ ਪ੍ਰਾਪਤ ਕਰਦੀਆਂ ਹਨ। ਇਉਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਹਰ ਤਰ੍ਹਾਂ ਦੇ ਨਾਲ ਜੋ ਪੱਟੇਬਾਜੀ ਦੀ ਵਿਦਿਆ ਕਵਾਇਦ ਵਿਦਿਆ ਦਾ ਅਭਿਆਸ ਕਰਦੇ ਕਰਾਉਂਦੇ ਤੇ ਰਣ ਅਖਾੜਿਆਂ ਦੀ ਮਾਨੋ ਪੂਰੀ ਤਿਆਰੀ ਜਿਹੜੀ ਹੈ ਉਹ ਮੁਕੰਮਲ ਸਤਿਗੁਰੂ ਜੀ ਤਿਆਰ ਪਏ ਕਰ ਰਹੇ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ
ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸਹੇਲੇ ਕਰਨ। ਆਏ ਦੂਰ ਤੇ ਦਰਸ਼ਨ ਕਰਹਿ, ਪੁਨ ਘਰ ਵਿਖੈ ਧਿਆਨ ਨਿਤ ਧਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।